ਕਿਸ਼ਤ 16ਵੀਂ। ਅਸਲ ਵਿੱਚ ਮੇਰੀ ਮਾਂ ਤੇ ਪਤਨੀ ਨੇ ਥਾਣੇ ਦਾ ਨਾਮ ਸੁਣ ਕੇ ਮੇਰੇ ਦੁਆਰਾ ਦੱਸੇ ਗਏ ਸਾਰੇ ਨੰਬਰਾਂ 'ਤੇ ਫੋਨ ਕਰ ਦਿੱਤੇ ਸਨ ਅਤੇ ਹੁਣ ਉਹ ਥਾਣੇ ਤੱਕ ਆਪੋ ਆਪਣੀ ਪਹੁੰਚ ਕਰ ਰਹੇ ਸਨ। ਯਾਦਵਿੰਦਰ ਦੁਆਰਾ ਵੱਖ-ਵੱਖ ਬੰਦਿਆਂ ਨਾਲ ਕੀਤੇ ਗਏ ਸੰਪਰਕਾਂ ਕਾਰਨ ਵੀ ਥਾਣੇ ਵਿੱਚ ਫੋਨ 'ਤੇ ਫੋਨ ਖੜਕਣ ਲੱਗ ਪਏ ਸਨ। ਅੰਤ ਅੱਕ ਕੇ ਉਹ ਸਾਨੂੰ ਟੁੱਟ ਕੇ ਪੈ ਗਿਆ। ਜਾਓ, ਚਲੇ ਜਾਓ ਘਰ, ਮੈਂ ਸਾਹਿਬ ਨੂੰ ਮਿਲਣਾ। ਮੈਂ ਮੌਕਾ ਵੇਖਣ ਕੱਲ੍ਹ 4 ਵਜੇ ਆਵਾਂਗਾ। ਆਪਦਾ ਸਮਾਨ ਲੈ ਜਾਓ ਮੁਨਸ਼ੀ ਕੋਲੋਂ। ਜਦ ਅਸੀਂ ਥਾਣੇ ਤੋਂ ਬਾਹਰ ਆਏ ਤਾਂ ਘੁੱਪ ਹਨੇਰਾ ਹੋ ਚੁੱਕਾ ਸੀ। ਜਦ ਅਸੀਂ ਗਲੀ ਦੇ ਮੋੜ 'ਤੇ ਪੁੱਜੇ ਤਾਂ ਲੋਕ ਅਜੇ ਵੀ ਟੋਲੀਆਂ ਬਣਾ ਕੇ ਦਿਨ ਭਰ ਦੀਆਂ ਗੱਲਾਂ ਚਸਕੇ ਲੈ ਲੈ ਕੇ ਕਰ ਰਹੇ ਸਨ। ਸਾਨੂੰ ਦੋਵਾਂ ਨੂੰ ਪਹਿਚਾਣ ਕੇ ਇੱਕ ਟੋਲੀ ਤਾਂ ਬਿਲਕੁਲ ਹੀ ਚੁੱਪ-ਚਾਪ ਹੋ ਗਈ ਅਤੇ ਹੌਲੀ-ਹੌਲੀ ਖਿਸਕਣ ਵੀ ਲੱਗ ਪਈ। ਸ਼ਾਇਦ ਉਹ ਸੋਚਦੇ ਸਨ, ਇਹ ਤਾਂ ਆ ਵੀ ਗਏ। ਕੁਝ ਦੇਰ 'ਚ ਹੀ ਅਸੀਂ ਆਪਣੇ ਘਰ ਆ ਗਏ। ਸਾਨੂੰ ਘਰ ਸਹੀ ਸਲਾਮਤ ਪੁੱਜੇ ਵੇਖ ਕੇ ਘਰਦਿਆਂ ਦੇ ਸਾਹ ਵਿੱਚ ਸਾਹ ਆ ਗਿਆ। ਉਹ ਸਾਡੀ ਬੇਸਬਰੀ ਨਾਲ ਉਡੀਕ ਕਰ ਰਹੇ ਸਨ। ਸਾਡੀ ਸਾਰੀ ਰਾਮ ਕਹਾਣੀ ਸੁਣ ਕੇ ਮੇਰੀ ਮਾਂ ਸਾਨੂੰ ਦੱਸਣ ਲੱਗ ਪਈ, ਤੁਹਾਡੇ ਥਾਣੇ ਜਾਣ ਤੋਂ ਪਿੱਛੋਂ ਅਸੀਂ ਝਗੜੇ ਵਾਲੀ ਥਾਂ 'ਤੇ ਗਈਆਂ ਸੀ। ਦੋਵੇਂ ਪੁਲਸੀਏ ਤਾਂ ਜ਼ਿਆਦਾ ਹੀ ਹੰਕਾਰੇ ਫਿਰਦੇ ਨੇ। ਸਾਨੂੰ ਸੁਣਾ ਕੇ ਆਖਦੇ ਸੀ, ਹੁਣ ਪਤਾ ਲੱਗੂ ਜਦੋਂ ਕੇਸ ਪੈਣਗੇ। ਬੜਾ ਮੱਛਰੇ ਫਿਰਦੇ ਸੀ। ਫਿਰ ਮੈਂ ਵੀ ਉਹਨਾਂ ਨੂੰ ਸੁਣਾ ਹੀ ਦਿੱਤੀਆਂ ਕਿ ਕੀ ਕੇਸ ਪੈ ਜੂਗਾ, ਉਹਨਾਂ ਨੇ ਕੋਈ ਕਤਲ ਕਰਤਾ। ਆਪਦੀ ਥਾਂ ਵਿੱਚ ਮਸਾਲਾ ਵੀ ਨਹੀਂ ਪਾਉਣ ਦਿੰਦੇ। ਹੰਕਾਰੇ ਤਾਂ ਤੁਸੀਂ ਫਿਰਦੇ ਹੋ। ਮਾਂ ਨੇ ਪੂਰੇ ਜੋਸ਼ ਵਿੱਚ ਆ ਕੇ ਸਾਰੀ ਹੋਈ ਬੀਤੀ ਦੱਸ ਦਿੱਤੀ ਸੀ। ਕੁਝ ਦੇਰ ਰੁਕ ਕੇ ਫਿਰ ਮਾਯੂਸ ਜਿਹਾ ਹੋ ਕੇ ਦੱਸਣ ਲੱਗੀ, ਜਦ ਮੈਂ ਆਪਣੇ ਇੱਕ ਰਿਸ਼ਤੇਦਾਰ ਦੇ DGP ਹੋਣ ਬਾਰੇ ਦੱਸਿਆ ਤਾਂ ਉਹ ਜ਼ਿਆਦਾ ਹੀ ਪਾਡੀ ਵਿੱਚ ਆ ਗਏ ਅਤੇ ਇੱਕ ਤਾਂ ਆਪਣੇ ਹੱਥਾਂ ਨੂੰ ਮਰੋੜ ਕੇ ਆਖਣ ਲੱਗਾ, ਇਹੋ ਜਿਹੇ DGPਆਂ ਦੀ ਤਾਂ ਅਸੀਂ ਐਂ ਕੁੰਡੀ ਮਰੋੜ ਦਿੰਦੇ ਹਾਂ। ਪੁੱਤ, ਉਹ ਜ਼ਿਆਦਾ ਹੀ ਆਫਰੇ ਫਿਰਦੇ ਆ। ਕਹਿੰਦਿਆਂ ਮਾਂ ਨੇ ਆਪਣੇ ਹੱਥ ਵੀ ਉਵੇਂ ਹੀ ਮਰੋੜ ਕੇ ਦਿਖਾ ਦਿੱਤੇ ਸਨ। ਕੋਈ ਨਹੀਂ ਮਾਂ, ਆਪਣਾ ਕੁਝ ਨਹੀਂ ਹੁੰਦਾ। ਜੇ ਆਪਣੇ 'ਚ ਮਾੜਾ ਮੋਟਾ ਵੀ ਕਸੂਰ ਹੁੰਦਾ ਤਾਂ ਪੁਲਿਸ ਵਾਲਿਆਂ ਨੇ ਸਾਨੂੰ ਛੱਡਣਾ ਨਹੀਂ ਸੀ, ਸਗੋਂ ਕੱਲ੍ਹ ਨੂੰ ਅਦਾਲਤ ਵਿੱਚ ਲਿਜਾ ਕੇ ਸਾਡਾ ਚਲਾਨ ਵੀ ਪੇਸ਼ ਕਰ ਦੇਣਾ ਸੀ। ਮੇਰੇ ਭਰਾ ਨੇ ਮਾਂ ਨੂੰ ਹੌਸਲਾ ਦੇਣ ਦੇ ਅੰਦਾਜ਼ ਵਿੱਚ ਆਖਿਆ ਤਾਂ ਸਭ ਨੂੰ ਉਸ ਦੀ ਗੱਲ ਜਚ ਗਈ ਸੀ। ਕਿਸ਼ਤ 17ਵੀਂ। ਇਹਨਾਂ 2-3 ਘੰਟਿਆਂ ਵਿੱਚ ਮੇਰੇ ਪਿਤਾ ਜੀ ਨੇ ਉਹਨਾਂ ਦੋਵਾਂ ਪੁਲਿਸ ਵਾਲਿਆਂ ਅਤੇ ਮੇਰੇ ਉਸ ਜਾਣੂ ਦੇ ਪਿਓ ਬਾਰੇ ਕਾਫੀ ਸਾਰੀ ਜਾਣਕਾਰੀ ਇਕੱਠੀ ਕਰ ਲਈ ਸੀ। ਸਰਪੰਚ ਪੁਲਸੀਏ ਦਾ ਨਾਂ ਜਪਨਾਮ ਸਿੰਘ ਸੀ ਅਤੇ ਉਸ ਦਾ ਘਰੇ ਵੀ ਆਪਣੀ ਘਰਵਾਲੀ ਨਾਲ ਕਾਫੀ ਚਿਰ ਤੋਂ ਝਗੜਾ ਚੱਲ ਰਿਹਾ ਸੀ। ਦੂਸਰਾ ਪੁਲਿਸ ਵਾਲਾ ਪੁਲਿਸ ਦੀ ਬੱਸ ਦਾ ਡਰਾਈਵਰ ਸੀ। ਉਸ ਦਾ ਨਾਮ ਮਲਕੀਤ ਸਿੰਘ ਸੀ ਅਤੇ ਉਹ ਸ਼ਹਿਰ ਦੇ ਨੇੜੇ ਇੱਕ ਪੁਲਿਸ ਸਕੂਲ ਵਿੱਚ ਪੁਲਿਸ ਵਾਲਿਆਂ ਦੇ ਬੱਚਿਆਂ ਨੂੰ ਢਾਉਂਦਾ ਸੀ। ਉਸ ਨੂੰ ਸਾਡੀ ਕੰਧ ਜਾਂ ਰਿੰਪ ਬਣਨ ਦਾ ਦੁੱਖ ਇਹ ਸੀ ਕਿ ਉਸ ਦੀ ਭੈਣ ਦਾ ਘਰ ਰਿੰਪ ਵਾਲੇ ਪਾਸੇ ਸਾਡੇ ਘਰ ਦੇ ਬਿਲਕੁਲ ਸਾਹਮਣੇ ਸੀ। ਉਹ ਉੱਥੇ ਆਪਣੀ ਬੱਚੇ ਢਾਉਣ ਵਾਲੀ ਸਰਕਾਰੀ ਬੱਸ ਖੜਾਉਂਦਾ ਸੀ। ਉਸ ਨੂੰ ਖਤਰਾ ਸੀ ਕਿ ਕੰਧ ਨਿਕਲਣ ਜਾਂ ਰਿੰਪ ਬਣਾਉਣ ਕਾਰਨ ਉਸ ਨੂੰ ਬੱਸ ਮੋੜਨ ਵਿੱਚ ਤਕਲੀਫ ਆਉਣੀ ਸੀ। ਤੀਜਾ, ਮੇਰੇ ਜਾਣੂ ਦਾ ਪਿਓ ਗੁਰਨੇਕ ਸਿੰਘ ਸ਼ਹਿਰ ਦੇ ਇੱਕ ਮਸ਼ਹੂਰ ਕਾਰਖਾਨੇ ਵਿੱਚੋਂ ਸੇਵਾ ਮੁਕਤ ਹੋਇਆ ਮੁਲਾਜ਼ਮ ਸੀ ਅਤੇ ਉਸ ਨੇ ਧੱਕੇ ਨਾਲ ਗਲੀ ਉੱਤੇ ਕਬਜ਼ਾ ਕੀਤਾ ਹੋਇਆ ਸੀ। ਉਸ ਦਾ ਇੱਕ ਮੁੰਡਾ ਬਦਮਾਸ਼ ਕਿਸਮ ਦਾ ਸੀ ਅਤੇ ਲੜਾਈ ਮੁੱਲ ਲਈ ਰੱਖਦਾ ਸੀ। ਇੱਕ ਵਾਰ ਇੱਕ ਅੱਕੇ ਹੋਏ ਕੁੜੀ ਵਾਲਿਆਂ ਨੇ ਛੇੜਛਾੜ ਤੋਂ ਤੰਗ ਆ ਕੇ ਉਸ ਦਾ ਗਲੀ ਵਿੱਚ ਉਹਨਾਂ ਦੇ ਘਰ ਦੇ ਸਾਹਮਣੇ ਉਹ ਪਟਾਪਾ ਕੀਤਾ ਸੀ ਕਿ ਉਸ ਦੀ ਗਿੱਦੜ ਕੁੱਟ ਸਾਰੇ ਮੁਹੱਲੇ ਵਿੱਚ ਮਸ਼ਹੂਰ ਹੋ ਗਈ ਸੀ। ਅੱਕ ਕੇ ਗੁਰਨੇਕ ਸਿੰਘ ਨੇ ਉਸ ਨੂੰ ਕਿਸੇ ਬਾਹਰਲੇ ਮੁਲਕ ਭੇਜ ਦਿੱਤਾ ਸੀ।
ਅਗਲੇ ਦਿਨ ਅਸੀਂ ਮਿਸਤਰੀ ਦਾ ਕੰਮ ਰੋਕ ਦਿੱਤਾ ਤੇ ਇੱਕ ਮਜ਼ਦੂਰ ਲਗਾ ਦਿੱਤਾ ਕਿ ਉਹ ਬਾਹਰ ਪਈ ਰੇਤਾ ਨੂੰ ਅੰਦਰ ਸੁਟਵਾ ਦੇਵੇ। ਉਹਨਾਂ ਦਿਨਾਂ ਵਿੱਚ ਰੇਤਾ ਸੋਨੇ ਦੇ ਭਾਅ ਮਿਲਣੀ ਵੀ ਔਖੀ ਹੋਈ ਪਈ ਸੀ। ਹੁਣ ਲੜਾਈ ਪੈਣ ਕਾਰਨ ਉਹਨਾਂ ਪੁਲਸੀਆਂ ਨੇ ਜਾਣ ਬੁੱਝ ਕੇ ਬੱਸ ਅਤੇ ਹੋਰ ਵਾਹਨ ਰੇਤਾ ਦੇ ਉੱਤੋਂ ਦੀ ਲੰਘਾਉਣੇ ਸਨ। ਬੋਲ ਬੁਲਾਰਾ ਤੇ ਨੁਕਸਾਨ ਵੱਖਰਾ ਹੋਣਾ ਸੀ। 4 ਵਜੇ ਥਾਣੇਦਾਰ ਨੇ ਮੌਕਾ ਵੇਖਣ ਆਉਣਾ ਸੀ। ਅਸੀਂ ਸਾਰੇ ਜਣੇ ਆਪੋ ਆਪਣੇ ਸਕੂਲ ਚਲੇ ਗਏ। ਮੇਰਾ ਸਕੂਲ ਦਿਲ ਨਾ ਲੱਗਾ ਤੇ ਮੈਂ ਅੱਧੀ ਛੁੱਟੀ ਲੈ ਕੇ ਘਰ ਵਾਪਸ ਆ ਗਿਆ। ਆਉਂਦਾ ਆਉਂਦਾ ਮੈਂ ਆਪਣੇ ਉਸ ਘਰ ਗੇੜਾ ਕੱਢ ਆਇਆ। ਮਜ਼ਦੂਰ ਰੇਤਾ ਅੰਦਰ ਸੁੱਟ ਰਿਹਾ ਸੀ ਤੇ ਸਭ ਕੁਝ ਸ਼ਾਂਤ ਸੀ। ਦੁਪਹਿਰੇ 2:30 ਵਜੇ ਮੈਂ ਮਜ਼ਦੂਰ ਨੂੰ ਚਾਹ ਦੇਣ ਲਈ ਗਿਆ ਤਾਂ ਉਹ ਡੌਰ ਭੌਰਾ ਜਿਹਾ ਹੋਇਆ ਖੜਾ ਸੀ ਤੇ ਮੈਨੂੰ ਵੇਖਦੇ ਸਾਰ ਹੀ ਬੋਲਿਆ, ਮੈਂ ਤੁਹਾਨੂੰ ਹੀ ਸੱਦਣ ਚੱਲਿਆ ਸੀ। ਕਿਉਂ, ਕੀ ਗੱਲ? ਮੈਂ ਹੈਰਾਨੀ ਦੇ ਨਾਲ ਪੁੱਛਿਆ। ਕਿਸ਼ਤ 18ਵੀਂ। ਮਜ਼ਦੂਰ ਡਰਦਾ ਡਰਦਾ ਬੋਲਿਆ। 2-3 ਬੰਦੇ ਆਏ ਸੀ ਜੀ ਚਿੱਟੀ ਕਾਰ ਵਿੱਚ। ਆਉਂਦੇ ਹੀ ਉਹਨਾਂ ਨੇ ਸਾਰੀਆਂ ਇੱਟਾਂ ਵਗਾ ਕੇ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਤੇ ਨਾਲੇ ਧਮਕੀ ਦੇ ਰਹੇ ਸੀ ਕਿ ਜੇ ਇੱਥੇ ਕਿਸੇ ਨੇ ਰੋੜਾ ਵੀ ਲਾਇਆ ਤਾਂ ਉਹ ਸਿੱਧੇ ਕਰਕੇ ਰੱਖ ਦੇਣਗੇ। ਨਾਲ ਹੀ ਉਹ ਮੈਨੂੰ ਪੁੱਟੀਆਂ ਹੋਈਆਂ ਇੱਟਾਂ ਤੇ ਭੰਨੀ ਹੋਈ ਖਿੜਕੀ ਦੀ ਜਾਲੀ ਵਿਖਾਉਣ ਲੱਗ ਪਿਆ। ਫਿਰ ਬੋਲਿਆ, ਉਹ ਇਹ ਵੀ ਆਖ ਕੇ ਗਏ ਸੀ ਕਿ ਅਸੀਂ ਕਿਹੜਾ ਜੈਨ ਨੂੰ ਵੋਟਾਂ ਨਹੀਂ ਪਾਈਆਂ, ਟਰੈਕਟਰ ਨਾਲ ਵਾਹ ਦਿਆਂਗੇ, ਆਵੇ ਤਾਂ ਸਹੀ ਕੋਈ ਸਾਹਮਣੇ। ਮੈਨੂੰ ਵੀ ਆਨੇ ਜੇ ਕੱਢਦੇ ਸੀ। ਮੈਂ ਤਾਂ ਆਖਤਾ, ਭਾਈ ਮੈਂ ਤਾਂ ਮਜ਼ਦੂਰ ਹਾਂ, ਜਾ ਕੇ ਮਾਲਕ ਨਾਲ ਗੱਲ ਕਰੋ। ਫਿਰ ਉਹ ਲਲਕਾਰੇ ਮਾਰਨ ਲੱਗ ਪਏ। ਮਜ਼ਦੂਰ ਮੈਨੂੰ ਇੱਕੋ ਸਾਹ ਸਾਰਾ ਕੁਝ ਦੱਸ ਗਿਆ ਸੀ। ਚੱਲ, ਜੇ ਹੁਣ ਕੋਈ ਆਇਆ ਤਾਂ ਆਖ ਦੇਵੀਂ ਕਿ ਆਹ ਨਾਲ ਦੀ ਗਲੀ ਵਿੱਚ ਹੀ ਘਰ ਆ ਪਤੰਦਰਾਂ ਦਾ। ਜੇ ਹਿੰਮਤ ਆ ਤਾਂ ਉੱਥੇ ਆ ਕੇ ਗੱਲ ਕਰ ਲਵੋ, ਪਿੱਠ ਪਿੱਛੇ ਨਹੀਂ, ਸਾਹਮਣੇ ਹੋ ਕੇ ਟੱਕਰੋ। ਮੈਂ ਮਜ਼ਦੂਰ ਨੂੰ ਇਸ ਅੰਦਾਜ਼ ਵਿੱਚ ਆਖਿਆ ਕਿ ਕਿਤੇ ਉਹ ਡਰਦਾ ਮਾਰਿਆ ਕੰਮ ਛੱਡ ਕੇ ਨਾ ਭੱਜ ਜਾਵੇ ਤੇ ਉਸ ਦਾ ਹੌਸਲਾ ਵੀ ਬਣਿਆ ਰਹੇ। ਮੈਂ ਤੁਰੰਤ ਘਰ ਨੂੰ ਮੁੜ ਪਿਆ ਤੇ ਫੋਨ 'ਤੇ ਸਾਰੀ ਗੱਲ ਆਪਣੇ ਭਰਾਵਾਂ ਨੂੰ ਦੱਸ ਦਿੱਤੀ। ਸਾਰੇ ਜਣੇ ਇਕੱਠੇ ਹੋ ਗਏ ਤੇ ਸਭ ਨੇ ਮਜ਼ਦੂਰ ਤੋਂ ਸਾਰਾ ਕੁਝ ਵਿਸਥਾਰ ਨਾਲ ਪੁੱਛਿਆ। ਸਾਰੇ ਜਣੇ ਇਸ ਗੁੰਡਾਗਰਦੀ ਦੀ ਕਾਰਵਾਈ 'ਤੇ ਬਹੁਤ ਜ਼ਿਆਦਾ ਭੜਕ ਉੱਠੇ ਸਨ। ਇਹ ਇੱਕ ਤਾਂ ਚੋਰੀ ਉੱਤੋਂ ਸੀਨਾ ਜ਼ੋਰੀ ਵਾਲੀ ਗੱਲ ਸੀ। ਹੁਣ ਫੈਸਲਾ ਹੋ ਗਿਆ ਕਿ ਇਸ ਗੁੰਡਾਗਰਦੀ ਅਤੇ ਕੱਲ੍ਹ ਵਾਲੇ ਹੋਏ ਧੱਕੇ ਦੇ ਖਿਲਾਫ ਡਟ ਕੇ ਲੜਿਆ ਜਾਵੇ। ਸਲਾਹ ਬਣੀ ਕਿ ਇਹਨਾਂ ਦੇ ਖਿਲਾਫ ਸਿੱਧੇ ਤੌਰ 'ਤੇ ਸ਼ਿਕਾਇਤ ਕੀਤੀ ਜਾਵੇ, ਨਹੀਂ ਤਾਂ ਇਹਨਾਂ ਨੇ ਆਪਾਂ ਨੂੰ ਆਪਣੇ ਘਰ ਵੀ ਨਹੀਂ ਵੜਨ ਦੇਣਾ। ਅਸੀਂ ਫਿਰ ਥਾਣੇ ਪੁੱਜ ਗਏ ਤੇ ਸਬੰਧਤ ਥਾਣੇਦਾਰ ਨੂੰ ਸਾਰੀ ਗੱਲ ਦੱਸ ਦਿੱਤੀ। ਉਹ ਤਾਂ ਜਿਵੇਂ ਉਹਨਾਂ ਦਾ ਪੂਰਾ ਸਿਖਾ ਕੇ ਰੱਖਿਆ ਹੋਵੇ, ਉਹ ਕਿਸੇ ਗੱਲ 'ਤੇ ਹੀ ਨਾ ਆਵੇ। ਜਦ ਸਾਨੂੰ ਮਹਿਸੂਸ ਹੋਣ ਲੱਗਾ ਕਿ ਇਹ ਥਾਣੇਦਾਰ ਨੂੰ ਜਪਨਾਮ ਨੇ ਪੱਟੀ ਪੜ੍ਹਾ ਦਿੱਤੀ ਹੈ ਤਾਂ ਅਸੀਂ ਫੈਸਲਾ ਕੀਤਾ ਕਿ SSP ਨੂੰ ਮਿਲ ਕੇ ਸਾਰਾ ਕੁਝ ਦੱਸਿਆ ਜਾਵੇ। ਅਸੀਂ ਉੱਥੋਂ ਥੋੜ੍ਹੀ ਦੂਰ ਸਥਿਤ SSP ਦਫ਼ਤਰ ਪੁੱਜ ਗਏ। ਕੁਦਰਤੀ ਸਾਹਿਬ ਆਪਣੇ ਦਫ਼ਤਰ ਵਿੱਚ ਬੈਠਾ ਹੋਇਆ ਸੀ। ਅਸੀਂ ਪਰਚੀ ਭੇਜੀ ਤੇ ਕੁਝ ਮਿੰਟ ਵਿੱਚ ਹੀ ਸਾਨੂੰ ਆਵਾਜ਼ ਪੈ ਗਈ। ਅੰਦਰ ਜਾ ਕੇ ਅਸੀਂ ਸਾਰੀ ਰਾਮ ਕਹਾਣੀ SSP ਨੂੰ ਸੁਣਾ ਦਿੱਤੀ। ਇਸ ਮਾਮਲੇ ਵਿੱਚ ਆਪਣੇ ਦਫ਼ਤਰ ਦੇ ਇੱਕ ਕਰਮਚਾਰੀ ਦੀ ਸ਼ਮੂਲੀਅਤ ਤੇ ਉਸ ਦੀ ਕਰਤੂਤ ਬਾਰੇ ਸੁਣ ਕੇ ਇੱਕ ਵਾਰ ਤਾਂ ਉਸ ਦੇ ਮੱਥੇ 'ਤੇ ਤਿਉੜੀਆਂ ਉੱਭਰ ਆਈਆਂ ਸਨ। ਫਿਰ ਉਸ ਨੇ ਸਾਨੂੰ ਲਿਖਤੀ ਰੂਪ ਵਿੱਚ ਸਾਰਾ ਕੁਝ ਦੇਣ ਲਈ ਆਖਿਆ ਤੇ ਪੂਰਾ ਵਿਸ਼ਵਾਸ ਦਿਵਾਇਆ ਕਿ ਸਾਨੂੰ ਪੂਰਾ ਇਨਸਾਫ ਮਿਲੇਗਾ। ਅਸੀਂ ਸਾਰਾ ਕੁਝ ਲਿਖ ਕੇ ਦੇ ਦਿੱਤਾ ਤੇ ਉਸ ਨੇ ਸਾਡੀ ਅਰਜ਼ੀ DSP ਸਿਟੀ ਨੂੰ ਮਾਰਕ ਕਰ ਦਿੱਤੀ ਤੇ ਨਾਲ ਹੀ ਸਲਾਹ ਦਿੱਤੀ ਕਿ ਅਸੀਂ ਉਸ ਨੂੰ ਜਾ ਕੇ ਮਿਲ ਵੀ ਲਈਏ। ਕਿਸ਼ਤ 19ਵੀਂ।
ਡੀਐਸਪੀ ਦਾ ਦਫ਼ਤਰ ਵੀ ਨੇੜੇ ਦੀ ਇੱਕ ਇਮਾਰਤ ਵਿੱਚ ਹੈ। ਸਾਡੇ ਪਹੁੰਚਣ ਤੋਂ ਪਹਿਲਾਂ ਉਸ ਕੋਲ ਅਰਜ਼ੀ ਪੁੱਜ ਚੁੱਕੀ ਸੀ। ਸਾਨੂੰ ਬੁਲਾ ਕੇ ਉਸਨੇ ਸਾਰੀ ਕਹਾਣੀ ਪੁੱਛੀ। ਉਸਨੇ ਇੱਕ ਇੰਸਪੈਕਟਰ ਨੂੰ ਸੱਦ ਲਿਆ ਤੇ ਡਿਊਟੀ ਲਾ ਦਿੱਤੀ ਕਿ ਉਹ ਮੌਕੇ 'ਤੇ ਜਾਵੇ ਤੇ ਸਾਰੀ ਰਿਪੋਰਟ ਦੇਵੇ। ਉਸ ਇੰਸਪੈਕਟਰ ਨੇ ਸ਼ਾਮ ਨੂੰ 6 ਵਜੇ ਆਉਣ ਦਾ ਵਾਅਦਾ ਕੀਤਾ ਤੇ ਸਾਨੂੰ ਆਪਣਾ ਮੋਬਾਈਲ ਨੰਬਰ ਦੇ ਦਿੱਤਾ ਤਾਂ ਕਿ ਕਿਸੇ ਵੀ ਅਣਸੁਖਾਵੀ ਘਟਨਾ ਦੀ ਜਾਣਕਾਰੀ ਉਸ ਨੂੰ ਤੁਰੰਤ ਦਿੱਤੀ ਜਾ ਸਕੇ। ਹੁਣ ਤੱਕ ਸਾਡੇ ਕਈ ਰਿਸ਼ਤੇਦਾਰਾਂ ਅਤੇ ਦੋਸਤਾਂ ਮਿੱਤਰਾਂ ਨੂੰ ਇਸ ਝਗੜੇ ਬਾਰੇ ਜਾਣਕਾਰੀ ਮਿਲ ਚੁੱਕੀ ਸੀ। ਸਭ ਦੀ ਸਲਾਹ ਸੀ ਕਿ ਜਦ ਵੀ ਪੁਲਿਸ ਵਾਲਿਆਂ ਨੂੰ ਮਿਲਣਾ ਹੋਵੇ ਤਾਂ ਇਕੱਠ ਬੰਨ੍ਹ ਕੇ ਮਿਲਿਆ ਜਾਵੇ। ਅਸੀਂ ਸਭ ਨੂੰ ਸੂਚਿਤ ਕਰ ਦਿੱਤਾ ਕਿ ਸ਼ਾਮ ਨੂੰ 6 ਵਜੇ ਜ਼ਰੂਰ ਪੁੱਜਣ। ਮਿੱਥੇ ਸਮੇਂ 'ਤੇ ਬਹੁਤੇ ਤਾਂ ਪੁੱਜ ਗਏ, ਪਰ ਕੁਝ ਆਪਣੇ ਤਜਰਬੇ ਮੁਤਾਬਿਕ ਦੇਰੀ ਨਾਲ ਆਏ। ਪਹਿਲਾ 1.5 ਘੰਟਾ ਤਾਂ ਇਸ ਝਗੜੇ ਬਾਰੇ ਗੱਲਾਂ ਕਰਦਿਆਂ ਲੰਘ ਗਿਆ। ਫਿਰ ਚਿੰਤਾ ਹੋਈ ਕਿ ਇੰਸਪੈਕਟਰ ਨੂੰ ਪੁੱਛ ਹੀ ਲਿਆ ਜਾਵੇ ਕਿ ਉਸਨੇ ਆਉਣਾ ਵੀ ਹੈ ਕਿ ਨਹੀਂ। ਜਦ ਮੈਂ ਫੋਨ ਕੀਤਾ ਤਾਂ ਆਖਣ ਲੱਗਾ, ਅਸੀਂ ਕਿਤੇ ਛਾਪਾ ਮਾਰਿਆ ਹੋਇਆ, ਅੱਧੇ ਕੁ ਘੰਟੇ 'ਚ ਆਵਾਂਗਾ। ਅੱਧਾ ਘੰਟਾ ਕੀ ਪੂਰਾ ਵੀ ਲੰਘ ਗਿਆ। ਮੈਂ ਫਿਰ ਫੋਨ ਕੀਤਾ ਤਾਂ ਅੱਗੋਂ ਜਵਾਬ ਮਿਲਿਆ, ਸਾਹਿਬ ਰੇਡ 'ਤੇ ਨੇ, ਬਿਜੀ ਹਨ। ਰਾਤ ਦੇ 9 ਵੱਜ ਚੁੱਕੇ ਸਨ। ਸਭ ਨੇ ਆਪੋ ਆਪਣੇ ਘਰ ਵੀ ਜਾਣਾ ਸੀ। ਇਸ ਲਈ ਫੈਸਲਾ ਹੋਇਆ ਕਿ ਅਗਲੇ ਦਿਨ ਇੰਸਪੈਕਟਰ ਨੂੰ ਮਿਲਿਆ ਜਾਵੇ। ਅਸੀਂ ਘਰ ਨੂੰ ਜਿੰਦਰਾ ਲਾ ਕੇ ਆਪਣੇ ਘਰ ਆ ਗਏ ਤੇ ਬਾਕੀ ਜਣੇ ਆਪੋ ਆਪਣੇ ਘਰੀਂ ਚਲੇ ਗਏ। ਸਾਨੂੰ ਘਰੇ ਪੁੱਜਿਆਂ ਨੂੰ ਅਜੇ 10 ਕੁ ਮਿੰਟ ਹੀ ਹੋਏ ਸਨ ਕਿ ਮੇਰੇ ਪਿਤਾ ਜੀ ਨੂੰ ਫੋਨ ਆਇਆ ਕਿ ਪੁਲਿਸ ਵਾਲੇ ਤਾਂ ਆਏ ਹੋਏ ਨੇ ਤੇ ਗਲੀ ਵਿੱਚ ਤਾਂ ਇਕੱਠ ਹੀ ਬੜਾ ਹੋਇਆ ਪਿਆ ਹੈ। ਅਸੀਂ ਫਟਾਫਟ ਆਪਣੇ ਦੋਵਾਂ ਭਰਾਵਾਂ ਨੂੰ ਤੇ ਨੇੜਲੇ ਸਾਥੀਆਂ ਨੂੰ ਫੋਨ ਘੁਮਾਏ ਤੇ ਆਪ ਉਸ ਘਰ ਵੱਲ ਨੂੰ ਸਕੂਟਰ ਮੋਟਰਸਾਈਕਲਾਂ 'ਤੇ ਹੋ ਤੁਰੇ। ਸਾਡੇ ਪਹੁੰਚਣ ਵੇਲੇ ਤੱਕ ਪੁਲਿਸ ਦੀ ਜਿਪਸੀ ਤੁਰ ਪਈ ਸੀ ਤੇ ਲੋਕ ਟੋਲਿਆਂ ਦੇ ਰੂਪ ਵਿੱਚ ਖੜ੍ਹੇ ਸਨ, ਪਰ ਸਾਨੂੰ ਆਉਂਦੇ ਵੇਖ ਕੇ ਉੱਥੋਂ ਟਲ ਗਏ। ਹੁਣ ਸਿਰਫ ਉਹ 3 ਜਣੇ ਤੇ ਉਹਨਾਂ ਦੇ ਟੱਬਰ ਦੇ ਜੀਅ ਹੀ ਖੜ੍ਹੇ ਰਹਿ ਗਏ ਸਨ। ਸਾਨੂੰ ਕਿਸੇ ਵੀ ਗੱਲ ਦਾ ਪਤਾ ਨਾ ਲੱਗ ਸਕਿਆ, ਪਰ ਉਹਨਾਂ ਦੀ ਸਰੀਰਕ ਭਾਸ਼ਾ ਜੇਤੂ ਅੰਦਾਜ਼ ਵਾਲੀ ਸੀ। ਕਿਸ਼ਤ 20ਵੀਂ। ਅਗਲੇ ਦਿਨ ਸਾਨੂੰ ਪਤਾ ਲੱਗਾ ਕਿ ਇੰਸਪੈਕਟਰ ਨੇੜੇ ਦੇ ਕਿਸੇ ਘਰ ਵਿੱਚ ਬੈਠਾ ਸੀ। ਉੱਥੇ ਉਸ ਦੀ ਖੂਬ ਸੇਵਾ ਕੀਤੀ ਜਾ ਰਹੀ ਸੀ। ਘੜੀ ਹੋਈ ਯੋਜਨਾ ਮੁਤਾਬਕ ਜਦ ਅਸੀਂ ਅੱਕ ਕੇ ਮੌਕਾ ਵਾਰਦਾਤ ਤੋਂ ਵਾਪਸ ਆ ਜਾਣਾ ਸੀ ਤੇ ਉਸਨੇ ਉਸੇ ਵਕਤ ਤੁਰ ਪੈਣਾ ਸੀ ਤੇ ਆਪਣੀ ਤਰਫੋਂ ਮੌਕਾ ਵੇਖਣ ਵਾਲੀ ਕਾਰਵਾਈ ਕਰਕੇ ਸਾਹਿਬ ਦੀਆਂ ਅੱਖਾਂ ਪੂੰਝ ਦੇਣੀਆਂ ਸਨ। ਸਵੇਰੇ ਅਸੀਂ ਇੰਸਪੈਕਟਰ ਨੂੰ ਮਿਲਣ ਲਈ ਗਏ ਤਾਂ ਉਹ ਬੋਲਿਆ, ਤੁਸੀਂ ਤਾਂ ਆਏ ਨਹੀਂ। ਮੈਂ ਮੌਕੇ 'ਤੇ ਉਡੀਕਦਾ ਰਿਹਾ। ਮੈਂ ਆਖਿਆ, ਸਰ ਤੁਹਾਡੇ ਕੋਲ ਮੇਰਾ ਨੰਬਰ ਤਾਂ ਸੀ, ਤੁਸੀਂ 1 ਮਿੰਟ ਪਹਿਲਾਂ ਵੀ ਦੱਸ ਦਿੰਦੇ ਤਾਂ ਅਸੀਂ ਹਾਜ਼ਰ ਹੋ ਜਾਣਾ ਸੀ। ਕਾਕਾ, ਜੇ ਅਸੀਂ ਇੰਝ ਹੀ ਫੋਨ ਕਰਕੇ ਆਉਣ ਲੱਗ ਜਾਈਏ ਤਾਂ ਸਾਂਭ ਲਿਆ ਸਾਰਾ ਸ਼ਹਿਰ। 100 ਥਾਂ 'ਤੇ ਰੇਡ ਕਰਨੀ ਹੁੰਦੀ ਹੈ। ਜੇ ਅਸੀਂ ਦੱਸ ਕੇ ਇਲਾਕਿਆਂ ਵਿੱਚ ਜਾਣ ਲੱਗ ਪਏ, ਸਾਡੇ ਤਾਂ ਮੁਜਰਮ ਹੀ ਭੱਜ ਜਾਣਗੇ। ਇਹ ਤਾਂ ਪਿਆਸੇ ਨੂੰ ਹੀ ਖੂਹ ਕੋਲ ਆਉਣਾ ਪੈਂਦਾ। ਉਸ ਦੇ ਰਾਤ ਦੇ ਖਾਧੇ ਹੋਏ ਕੁੱਕੜ ਨੇ ਬਾਂਗ ਦਿੱਤੀ। ਮੇਰਾ ਇੱਕ ਜੀਅ ਤਾਂ ਕਰ ਰਿਹਾ ਸੀ ਕਿ ਇਸ ਨੂੰ ਆਖਾਂ, ਓਏ ਹਰਾਮਜ਼ਾਦਿਆ, ਸਾਨੂੰ ਕਿਉਂ ਮੂਰਖ ਬਣਾਈ ਜਾਂਦਾ? ਸਾਰੇ ਮੁਹੱਲੇ ਨੂੰ ਪਤਾ ਕਿ ਤੂੰ ਬੈਠਾ ਇਸੇ ਮੁਹੱਲੇ ਦੀ 3 ਨੰਬਰ ਗਲੀ ਵਿੱਚ ਸੀ ਤੇ ਜਪਨਾਮ ਦੀ ਭੇਜੀ ਹੋਈ ਦਾਰੂ ਤੇ ਮੀਟ ਛਕ ਰਿਹਾ ਸੀ। ਜੇ ਉਸ ਕੋਲ ਵਰਦੀ ਵਾਲੀ ਤਾਕਤ ਨਾ ਹੁੰਦੀ ਤਾਂ ਸ਼ਾਇਦ ਮੈਂ ਉਸ ਨੂੰ ਸਿੱਧੀਆਂ ਲਾਹਣਤਾਂ ਪਾਉਣੀਆਂ ਸਨ, ਪਰ ਮਜਬੂਰੀ ਵਸ ਮੈਂ ਉਵੇਂ ਹੀ ਲੁਕੇ ਛਿਪੇ ਢੰਗ ਨਾਲ ਪਾਈਆਂ ਜਿਵੇਂ ਉਸ ਨੇ ਘਟਨਾ ਸਥਾਨ ਦਾ ਦੌਰਾ ਲੁਕ ਛਿਪ ਕੇ ਕੀਤਾ ਸੀ। ਜਦ ਸਾਨੂੰ ਲੱਗਿਆ ਕਿ ਇੰਸਪੈਕਟਰ ਵੀ ਵਿਕਿਆ ਹੋਇਆ ਹੈ ਤਾਂ ਫਿਰ ਅਗਲੇ ਦਿਨ ਅਸੀਂ
ਡੀਐਸਪੀ ਦੇ ਪੇਸ਼ ਹੋ ਗਏ। ਉਸ ਨੇ ਸਾਨੂੰ ਹੌਸਲਾ ਰੱਖਣ ਦਾ ਧਰਵਾਸਾ ਦਿੱਤਾ ਤੇ ਆਖਿਆ ਕਿ ਉਹ ਸਮਾਂ ਕੱਢ ਕੇ ਜ਼ਰੂਰ ਆਵੇਗਾ ਤੇ ਆਉਣ ਤੋਂ ਪਹਿਲਾਂ ਸਾਨੂੰ ਸੂਚਿਤ ਵੀ ਜ਼ਰੂਰ ਕਰੇਗਾ। ਸਾਡਾ ਕੰਮ ਪੂਰੀ ਤਰ੍ਹਾਂ ਰੁਕਿਆ ਪਿਆ ਸੀ ਤੇ ਮੁਹੱਲੇ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਚੱਲ ਰਹੀਆਂ ਸਨ। ਇਹ ਗੱਲਾਂ ਸਾਨੂੰ ਉਸ ਵੇਲੇ ਤਾਂ ਪਤਾ ਨਾ ਲੱਗਦੀਆਂ, ਪਰ ਕੁਝ ਸਮਾਂ ਪਾ ਕੇ ਸਾਰੀ ਜਾਣਕਾਰੀ ਮਿਲ ਹੀ ਜਾਂਦੀ ਸੀ। ਹੁਣ ਬਹੁਤੇ ਲੋਕਾਂ ਦਾ ਇਹ ਵਿਚਾਰ ਸੀ ਕਿ ਜਦ ਗੁਰਨੇਕ ਆਪ ਗਲੀ ਦੀ ਜਗ੍ਹਾ ਨੱਪੀ ਬੈਠਾ ਹੈ ਤਾਂ ਉਸ ਨੂੰ ਨੈਤਿਕ ਤੌਰ 'ਤੇ ਹੋਰ ਕਿਸੇ ਨੂੰ ਆਪਣੀ ਬਣਦੀ ਜਗ੍ਹਾ ਰੋਕਣ ਅਤੇ ਰੌਲਾ ਪਾਉਣ ਦਾ ਕੋਈ ਵੀ ਅਧਿਕਾਰ ਨਹੀਂ ਬਣਦਾ। ਕੁਝ ਕੁ ਦੇ ਵਿਚਾਰ ਸਨ ਕਿ ਜਦ ਇਹ ਜਗ੍ਹਾ ਪਿਛਲੇ 25-30 ਸਾਲਾਂ ਤੋਂ ਕਿਸੇ ਵੀ ਮਾਲਕ ਨੇ ਨਹੀਂ ਵਲੀ ਹੈ ਤਾਂ ਇਹਨਾਂ ਨੂੰ ਕੀ ਆਫਤ ਆ ਗਈ ਹੈ ਕਿ ਮੁਹੱਲੇ ਵਾਲਿਆਂ ਨਾਲ ਪੰਗਾ ਲੈਣ ਲੱਗ ਪਏ ਨੇ। ਕਈ ਜਪਨਾਮ ਨੂੰ ਸ਼ਰੇਆਮ ਗਾਲਾਂ ਕੱਢ ਰਹੇ ਸਨ ਕਿ ਉਹ ਧਾਰਮਿਕ ਚਿੰਨ੍ਹ ਪਾ ਕੇ ਵੀ ਝੂਠਿਆਂ ਦਾ ਸਾਥ ਦੇ ਰਿਹਾ ਹੈ। ਜਾਇਜ਼ ਕੰਮ ਨੂੰ ਕਰਵਾਉਣ ਖਾਤਰ ਸਹੀ ਬੰਦਿਆਂ ਦੀ ਮਦਦ ਤਾਂ ਕੀ ਕਰਨੀ ਸੀ, ਸਗੋਂ ਵਿੱਚ ਪੈ ਕੇ ਸੌਦਾ ਕਰਵਾਉਣ ਲੱਗ ਪਿਆ ਹੈ। ਪਤਾ ਲੱਗਾ ਕਿ ਗੁਰਨੇਕ ਹੋਰੀਂ ਜਪਨਾਮ ਨੂੰ ਇਸ ਮਾਮਲੇ ਵਿੱਚ ਨਾ ਪਾਉਂਦੇ ਤਾਂ ਇਹ ਪੁਲਸੀਏ ਬਹੁਤੇ ਪੈਸਿਆਂ ਦੀ ਮਾਰ ਨਹੀਂ ਸਨ, ਪਰ ਜਪਨਾਮ ਨੇ ਇੰਸਪੈਕਟਰ ਨੂੰ ਪਾਰਟੀ ਕਰਨ ਦੇ ਨਾਂ 'ਤੇ ਦਾਰੂ ਅਤੇ ਮੀਟ 'ਤੇ ਹੀ ਕਾਫੀ ਰੁਪਈਏ ਖਰਚਵਾ ਦਿੱਤੇ ਸਨ।